ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ। ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਡਾ ਇਹ ਪ੍ਰੋਗਰਾਮ ਤੁਸੀਂ ਹਮਦਰਦ ਮੀਡੀਆ ਗਰੁੱਪ ਦੇ ਫੇਸਬੁੱਕ ਤੇ YouTube ਪੇਜ ਤੇ ਵੀ ਨਾਲ ਦੇ ਨਾਲ ਲਾਈਵ ਦੇਖ ਸਕਦੇ ਹੋ। ਕੋਈ ਵੀ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜਦੋਂ ਵੀ ਗੱਲ ਹੁੰਦੀ ਹੈ, ਕਿਹੜੇ ਨਵੇਂ ਪ੍ਰੋਗਰਾਮਸ ਆ ਰਹੇ ਆ, ਜਿਹੜੇ ਇਸ ਵਕਤ ਮੌਜੂਦਾ ਕੈਟਾਗਰੀਜ਼ ਹੈਗੀਆਂ ਨੇ, ਉਹਦੇ ਵਿੱਚ ਕਿੰਨਾ ਦੀਆਂ ਇਸ ਵਕਤ ਫਾਈਲ ਪ੍ਰੋਸੈਸਿੰਗ ਚੱਲ ਰਹੀ ਹੈ, ਉਹਦੇ ਬਾਰੇ ਤਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਇੱਕ ਵੱਡਾ ਸਵਾਲ ਜੋ ਹਮੇਸ਼ਾ ਪੁੱਛਣ ਵਿੱਚ ਆਉਂਦਾ ਹੈ ਕਿ ਕੀ TR to PR ਦੁਬਾਰਾ ਆਏਗਾ ਜਾਂ TR to PR ਵਰਗਾ ਕੀ ਕੋਈ ਦੁਬਾਰਾ ਪ੍ਰੋਗਰਾਮ ਹੋਰ ਆ ਸਕਦਾ ਆ। ਸੋ ਅੱਜ ਇਸ ਸਵਾਲ ਦਾ ਵੀ ਤੁਹਾਨੂੰ ਜਵਾਬ ਦੇਵਾਂਗੇ। ਨਾਲ ਦੀ ਨਾਲ ਅੱਜ ਐਕਸਪ੍ਰੈਸ ਐਂਟਰੀ ਦਾ ਜੋ ਲੇਟੈਸਟ ਡਰਾ ਨਿਕਲਿਆ, ਕਿੰਨੇ ਤੇ ਸਕੋਰ ਗਏ ਨੇ, ਸੋ ਕਿੰਨੇ ਇਨਵੀਟੇਸ਼ਨਸ ਭੇਜੇ ਗਏ ਨੇ, ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਕੈਨੇਡਾ ਵਿੱਚ ਆਊਟ ਆਫ ਸਟੇਟਸ ਹੋ ਚੁੱਕੇ ਹੋ, ਸੋ ਤੁਹਾਡੇ ਲਈ ਵੀ ਅੱਜ ਦਾ ਪ੍ਰੋਗਰਾਮ ਖਾਸ ਹੈ, ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਸੋ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਯਾਨੀ ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ। ਕੀ ਹਾਲ ਚਾਲ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ। ਸਰ, ਕੈਨੇਡਾ ਦੇ ਵਿੱਚ ਇਸ ਵਕਤ ਐਕਸਪ੍ਰੈਸ ਐਂਟਰੀ ਦੇ ਡਰਾ ਸ਼ੁਰੂ ਹੋ ਚੁੱਕੇ ਨੇ, ਹੁਣ ਇੱਕ ਇੱਕ ਕਰਕੇ ਡਰਾ ਨਿਕਲ ਰਹੇ ਨੇ। ਅੱਜ ਦਾ ਵੀ ਸਕੋਰ ਕਹਿੰਦੇ 500 ਪਲੱਸ ਹੀ ਗਿਆ ਵਾ। ਤਰਨ 525 ਪੁਆਇੰਟਸ ਤੇ CRS ਸਕੋਰ ਤੇ ਡਰਾ ਆਊਟ ਹੋਇਆ ਤੇ 2250 ਇਨਵੀਟੇਸ਼ਨ ਦਿੱਤੇ ਗਏ ਨੇ। ਤੁਹਾਨੂੰ ਯਾਦ ਹੋਏਗਾ ਜਦੋਂ ਜੁਲਾਈ ਤੋਂ ਸ਼ੁਰੂ ਹੋਇਆ ਸੀਗਾ 557 ਤੇ 1500 ਇਨਵੀਟੇਸ਼ਨ, ਉਸ ਤੋਂ ਬਾਅਦ 542 542 ਤੇ 1750 ਇਨਵੀਟੇਸ਼ਨ। ਉਸ ਤੋਂ ਬਾਅਦ ਜਿਹੜਾ ਇਸ ਮਹੀਨੇ ਫਸਟ ਡਰਾ ਸੀਗਾ ਉਹ ਸੀਗਾ we saw at 535 points 533 ਤੇ ਉਸ ਤੋਂ ਟਾਈਮ 2000 ਇਨਵੀਟੇਸ਼ਨ ਸੀ। ਅੱਜ 525 ਤੇ 2250 ਇਨਵੀਟੇਸ਼ਨ, ਮਤਲਬ 200 250 ਕਰਕੇ ਇਨਵੀਟੇਸ਼ਨ ਵਧਾਏ ਜਾ ਰਹੇ ਨੇ। 250 ਹਰ ਡਰਾ ਦੇ ਵਿੱਚ 250 ਜ਼ਿਆਦਾ ਇਨਵੀਟੇਸ਼ਨਸ ਦਿੱਤੇ ਜਾ ਰਹੇ ਨੇ ਬਿਕੋਜ਼ ਬਹੁਤ ਜਲਦੀ ਜਿਹੜੇ ਅੱਗੇ ਡਰਾਜ਼ ਆਉਣ ਵਾਲੇ ਹੋਣਗੇ ਤਰਨ, ਹੌਲੀ ਹੌਲੀ ਬਿਕੋਜ਼ ਗ੍ਰੈਜੂਅਲੀ ਸਿਸਟਮ ਦੇ ਵਿੱਚ ਵਾਪਸ ਆਉਣ ਕਰਕੇ ਉਹ ਛੋਟੇ ਡਰਾਜ਼ ਕੀਤੇ ਗਏ ਸੀਗੇ ਐਂਡ ਅਗਲੇ 2-3 ਮਹੀਨਿਆਂ ਦੇ ਵਿੱਚ ਅਸੀਂ ਦੇਖਾਂਗੇ 4500 5000 ਦੇ ਡਰਾਜ਼ ਹੋਣੇ ਸ਼ੁਰੂ ਹੋ ਜਾਣਗੇ। ਉਦੋਂ ਸਕੋਰ ਐਕਚੁਅਲੀ ਥੱਲੇ ਜਾਣਾ ਸ਼ੁਰੂ ਹੋਏਗਾ। ਹਲੇ ਤਾਂ 500 ਤੋਂ ਉੱਪਰ ਹੀ ਸਕੋਰ ਹੈ ਬਿਕੋਜ਼ ਹਾਲੇ ਵੀ ਤਰਨ 9000 ਤੋਂ ਜ਼ਿਆਦਾ ਐਪਲੀਕੈਂਟਸ ਹੈਗਾ ਜਿਹੜਾ 500 ਦੇ ਸਕੋਰ ਤੋਂ ਉੱਪਰ ਬੈਠਾ ਹੈ। ਮਤਲਬ ਹਜੇ ਛੇਤੀ ਪੁਆਇੰਟਸ 500 ਤੋਂ ਨੀਚੇ ਆਉਣ ਦੀ ਉਮੀਦ ਨਹੀਂ ਹੈਗੀ। ਅਕਤੂਬਰ ਦੇ ਵਿੱਚ ਐਕਸਪੈਕਟਡ ਹੋ ਸਕਦਾ ਹੈ। ਸੋ ਇੱਕ ਹੋਰ ਸੁਣਨ ਦੇ ਵਿੱਚ ਆ ਰਿਹਾ ਕਿ TR to PR ਪ੍ਰੋਗਰਾਮ ਦੇ ਬਾਰੇ ਵਿੱਚ ਸਾਨੂੰ ਅਕਸਰ ਸਵਾਲ ਆਉਂਦੇ ਰਹਿੰਦੇ ਨੇ। ਕਈ ਵਾਰੀ ਸਾਨੂੰ ਪੁੱਛਦੇ ਵੀ ਆ ਕਿ ਬਾਹਰ ਸਟੂਡੈਂਟਸ ਵਗੈਰਾ ਨਾਲ ਮਿਲਦੇ ਆ ਕਿ ਐਵੇਂ ਦਾ ਕੋਈ ਹੋਰ ਪ੍ਰੋਗਰਾਮ ਆ ਸਕਦਾ ਆ ਕਿ ਸਾਨੂੰ ਆਪਣੀਆਂ ਫਾਈਲਸ ਰੈਡੀ ਰੱਖਣੀਆਂ ਚਾਹੀਦੀਆਂ ਨੇ। ਸੋ ਇਹਦੇ ਬਾਰੇ ਵਿੱਚ ਵੀ ਅੱਜ ਥੋੜਾ ਜਿਹਾ ਦੱਸ ਦਿੱਤਾ ਜਾਵੇ ਵੀ TR to PR ਪ੍ਰੋਗਰਾਮ ਦੀ ਜਦੋਂ ਗੱਲ ਆਉਂਦੀ ਹੈ, ਹਜੇ ਤਾਂ ਹਾਲਾਂਕਿ ਪਹਿਲਾਂ ਹੀ 40-50 ਹਜ਼ਾਰ ਐਪਲੀਕੇਸ਼ਨਸ ਹਜੇ ਆਨਲਾਈਨ ਪਈਆਂ ਨੇ ਕਿ ਹਜੇ ਉਹਨਾਂ ਦੇ ਉੱਤੇ ਫੈਸਲਾ ਨਹੀਂ ਆਇਆ। ਕੀ ਇਸ ਤੋਂ ਇਲਾਵਾ ਨਵਾਂ ਸੋਚਿਆ ਜਾ ਰਿਹਾ, ਸਰਕਾਰ ਸੋਚ ਰਹੀ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਕਿ ਇਹੋ ਜਿਹਾ ਕੋਈ ਪ੍ਰੋਗਰਾਮ ਲਿਆਂਦਾ ਜਾ ਸਕਦਾ? ਬਿਲਕੁਲ ਸੋਚ ਰਹੇ ਤਰਨ ਜੀ। ਇੱਕ ਮੋਸ਼ਨ 44 ਸਰਾਏ ਸਾਹਿਬ ਵੱਲੋਂ ਲਿਆਇਆ ਗਿਆ ਸੀਗਾ, ਜਿਹੜੇ ਸਾਡੇ ਸਰੀ ਸੈਂਟਰ ਤੋਂ MP ਹੈਗੇ ਨੇ, ਉਹਨਾਂ ਹੀ ਬ੍ਰੌਟ ਦਿਸ ਮੋਸ਼ਨ ਅਪ ਇਨ ਜਨਵਰੀ ਐਂਡ ਉਹ ਬੇਸਿਕਲੀ ਐਸੇ ਚੀਜ਼ ਨੂੰ ਲੈ ਕੇ ਕੀਤਾ ਗਿਆ ਕਿ ਜਿਹੜੇ ਸਟੂਡੈਂਟਸ ਜਾਂ ਜਿਹੜੇ ਵਰਕਰਸ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਦੇ ਸ਼ੁੱਡ ਬੀ ਗਿਵਨ ਪ੍ਰਾਇੋਰਿਟੀ ਓਵਰ ਅਦਰਸ। ਉਹਨਾਂ ਬੱਚਿਆਂ ਨੇ, ਉਹਨਾਂ ਵਰਕਰਸ ਨੇ ਕੈਨੇਡਾ ਦੇ ਵਿੱਚ ਕੰਮ ਵੀ ਕੀਤਾ ਆ, ਪੜ੍ਹਾਈ ਵੀ ਕੀਤੀ ਆ, ਆਪਣੀ ਐਜੂਕੇਸ਼ਨਸ ਵੀ ਅਪਗ੍ਰੇਡ ਕੀਤੀਆਂ, ਇਕਨੋਮੀ ਦੇ ਵਿੱਚ ਆਪਣਾ ਯੋਗਦਾਨ ਵੀ ਦਿੱਤਾ। ਸੋ ਵੀ ਹੈਵ ਟੂ ਗਿਵ ਪ੍ਰਾਇੋਰਿਟੀ ਟੂ ਦੈਮ। ਸੋ ਕੋਵਿਡ ਕਰਕੇ ਉਹ ਹੋ ਸਕਦਾ ਕਿ ਉਹ ਆਪਣੀ ਜੌਬ ਲੂਜ਼ ਕਰ ਗਏ ਹੋਣ ਜਾਂ ਉਹਨਾਂ ਨੂੰ ਉਸ ਤਰ੍ਹਾਂ ਦੀ ਜੌਬ ਨਾ ਮਿਲੀ ਹੋਵੇ ਤੇ ਬਟ ਸਟਿਲ ਪ੍ਰਾਇੋਰਿਟੀ ਉਹਨਾਂ ਨੂੰ ਦਿੱਤੀ ਜਾਣੀ। ਸੋ ਉਹਦੇ ਉੱਤੇ ਹੀ ਸਾਰੀ ਪਾਰਲੀਮੈਂਟ ਉਹਦੇ ਤੇ ਦੇ ਵਰ ਆਲ ਵਨ ਵੌਇਸ ਐਂਡ ਫਾਈਨਲੀ ਸੈਪਟੈਂਬਰ 8 ਤੋਂ ਸੈਪਟੈਂਬਰ 15 ਦੇ ਵਿੱਚ ਐਕਸਪੈਕਟ ਕਰ ਰਹੇ ਹਾਂ ਅਸੀਂ ਕਿ ਉਹਦੀਆਂ ਹੋਰ ਅਪਡੇਟ ਸ਼ੇਅਰ ਕੀਤੀਆਂ ਜਾਣਗੀਆਂ ਕਿ ਉਹ ਪ੍ਰੋਗਰਾਮ ਕਿਸ ਤਰ੍ਹਾਂ ਇਨੀਸ਼ੀਏਟ ਕੀਤਾ ਜਾਏਗਾ, ਕਿਹੜੀ ਕੈਟਾਗਰੀਜ਼ ਹੋਣਗੀਆਂ ਤੇ ਐਬਸੋਲੂਟਲੀ ਹਰ ਐਪਲੀਕੈਂਟ ਜਿਹੜਾ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ, ਦੇ ਸ਼ੁੱਡ ਆਲ ਬੀ ਪ੍ਰੀਪੇਅਰਡ। ਤੁਹਾਡੇ ਕੋਲ ਪੁਲਿਸ ਕਲੀਅਰੈਂਸਿਸ ਹੋਣੇ ਚਾਹੀਦੇ ਨੇ। ਜਿਹੜੇ ਇੰਡੀਆ ਤੋਂ ਕਿਸੇ ਵੀ ਕੰਟਰੀ ਤੋਂ ਤੁਸੀਂ ਹੈਗੇ ਉਸ ਕੰਟਰੀ ਦੇ ਤੁਸੀਂ ਆਪਣੇ ਪੁਲਿਸ ਕਲੀਅਰੈਂਸ ਕਰਾ ਕੇ ਰੱਖਣੇ ਆ। ਜੇ ਤੁਹਾਡੀ ਡਿਗਰੀ ਅਸੈਸਮੈਂਟਸ ਹੈਗੀਆਂ ਉਹ ਕਰਾ ਕੇ ਰੱਖਣੀਆਂ, ਮੈਡੀਕਲਸ, ਬਿਕੋਜ਼ ਜਿਸ ਦਿਨ ਇਹ ਓਪਰਚੁਨਿਟੀ ਆਵੇ ਤੁਹਾਡਾ ਐਪਲੀਕੈਂਟ ਜਿਹੜਾ ਹੈਗਾ ਪਾਣ ਦੀ ਕੈਟੇਗਰੀਜ਼ ਕੈਪੈਸਿਟੀ ਦੇ ਵਿੱਚ ਹੋਵੇ। ਇਸ ਤਰ੍ਹਾਂ ਨਾ ਹੋਵੇ ਕਿ ਆ ਵੀ ਆਵੇ ਤੇ ਉਹ ਫਿਰ ਤਿਆਰ ਨਾ ਹੋਣ, ਕਿਉਂਕਿ ਲਾਸਟ ਟਾਈਮ ਤੁਹਾਨੂੰ ਯਾਦ ਹੋਏਗਾ ਕਿਸ ਤਰ੍ਹਾਂ ਇੱਕ ਇਮੀਡੀਏਟ ਐਪਲੀਕੇਸ਼ਨਸ ਪਈਆਂ ਤੇ ਇਮੀਡੀਏਟਲੀ ਐਪਲੀਕੇਸ਼ਨਸ ਕੁਛ ਇੱਕ ਦੀਆਂ ਪ੍ਰੋਸੈਸ ਵੀ ਹੋ ਗਈਆਂ। ਐਬਸੋਲੂਟਲੀ ਹਲੇ ਐਪਲੀਕੇਸ਼ਨਸ ਬਾਕੀ ਹੈਗੀਆਂ। 30,000 ਐਪਲੀਕੇਸ਼ਨ ਹਲੇ ਅਗਲੇ ਸਾਲ ਵੀ ਪ੍ਰੋਸੈਸ ਹੋਣੀਆਂ, ਜਿਹੜੀ ਲਾਸਟ ਈਅਰ ਲਿੱਤੀਆਂ ਗਈਆਂ ਸੀ। ਕੁਛ ਐਪਲੀਕੇਸ਼ਨ ਇਸ ਸਾਲ ਪ੍ਰੋਸੈਸ ਹੋ ਚੁੱਕੀਆਂ, ਕੁਛ ਦਾ ਕੋਟਾ ਹਲੇ ਵੀ ਬਾਕੀ ਹੈਗਾ ਇਸ ਸਾਲ ਪ੍ਰੋਸੈਸ ਹੋਣ ਦੇ ਵਾਸਤੇ।
ਬਟ ਆ ਨਵੀਂ ਕੈਟੇਗਰੀ ਆਉਣ ਦੇ ਨਾਲ ਬਹੁਤ ਸਾਰੇ ਸਟੂਡੈਂਟਸ ਇਹਦਾ ਫਾਇਦਾ ਲੈ ਸਕਣਗੇ। ਸਰ ਇਹਦੇ ਵਿੱਚ ਕੀ ਅਗੇਨ ਉਵੇਂ ਪ੍ਰਾਇੋਰਟਾਈਜ਼ ਕੀਤਾ ਜਾਏਗਾ ਕਿ ਜਿਵੇਂ ਹੈਲਥ ਸੈਕਟਰ ਵਗੈਰਾ ਹੋ ਗਏ ਤੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਏਗੀ, ਜਾਂ ਫਿਰ ਅਗੇਨ ਉਹੀ ਜਿਵੇਂ ਲਾਸਟ ਟਾਈਮ ਵਾਂਗੂ ਬਹੁਤ ਡਰਾ ਨੀਚੇ ਗਿਆ ਸੀਗਾ ਉਦਾਂ ਵੀ ਅਸੀਂ ਉਮੀਦ ਕਰ ਸਕਦੇ ਹਾਂ? ਐਂਡ ਸੈਕੰਡਲੀ ਵਨ ਥਿੰਗ ਮੋਰ ਕਿ ਇਹਦੇ ਲਈ ਕਿੰਨਾ ਕੁ ਐਕਸਪੀਰੀਅੰਸ ਰਿਕਾਇਰਡ ਹੋਏਗਾ, ਕਿ ਇਹਦੇ ਵਿੱਚ ਵੀ ਕੋਈ ਚੇਂਜਸ ਵਗੈਰਾ ਹੋਣਗੀਆਂ? ਤਰਨ ਹਲੇ ਕੋਈ ਅਪਡੇਟ ਨਹੀਂ ਹੈਗੀ। ਇਹੀ ਸਾਰੀ ਅਪਡੇਟਸ ਜਿਹੜਾ ਵੀ ਕੋਈ ਟਿਕਟੌਕ ਤੇ ਪਾ ਕੇ ਜਾਂ ਮੈਸੇਜ ਕਰ ਰਿਹਾ ਉਹ ਐਬਸੋਲੂਟਲੀ ਹਵਾ ਦੇ ਵਿੱਚੋਂ ਫੜ ਕੇ ਚੀਜ਼ਾਂ ਸਬਮਿਟ ਦੱਸ ਜਾ ਰਿਹਾ, ਅਧੂਰੀ ਜਾਣਕਾਰੀ ਹੈਗੀ। ਹਾਲੇ ਜਿਹੜੀ ਐਕਚੁਅਲ ਇਨਫੋਰਮੇਸ਼ਨ ਹੈਗੀ ਆ ਉਹ 8 ਤੋਂ 12 ਵਾਲੇ ਹਫਤੇ ਦੇ ਵਿੱਚ ਸਾਂਝੀ ਕੀਤੀ ਜਾਏਗੀ। ਇਮੀਗ੍ਰੇਸ਼ਨ ਮਿਨਿਸਟਰਸ ਕਿਸ ਤਰ੍ਹਾਂ ਉਹਨੂੰ ਲੈ ਕੇ ਆ ਰਹੇ ਨੇ, IRCC ਨੇ ਕੀ ਪ੍ਰੋਗਰਾਮ ਡਿਵੈਲਪ ਕੀਤਾ ਹੈ, ਕਿਹੜੀ ਕੈਟੇਗਰੀਜ਼ ਪਿਕ ਕੀਤੀ ਜਾਣਗੀਆਂ। ਲਾਸਟ ਟਾਈਮ ਤੇ ਤੁਹਾਨੂੰ ਯਾਦ ਹੋਵੇਗਾ ਜਿਹੜਾ ਅਪ੍ਰੈਲ ਦੇ ਵਿੱਚ ਪਾਸ ਆਊਟ ਹੋਇਆ ਉਹ ਵੀ 6 ਮਈ ਨੂੰ ਆਪਣੀ ਐਪਲੀਕੇਸ਼ਨ ਲਗਾ ਕੇ ਬੈਠ ਗਏ ਸੀਗੇ। ਬਿਲਕੁਲ। ਤੇ ਉਹ ਤੇ ਹਫਤੇ ਦੀ ਜੌਬ ਵੀ ਕੀਤੀ ਹੋਈ ਕਿਸੇ ਨੇ, ਉਹ ਵੀ ਐਪਲੀਕੇਸ਼ਨ ਵਾਸਤੇ ਐਲੀਜੀਬਲ ਹੋ ਗਿਆ, ਪ੍ਰੋਵਾਈਡਡ ਉਹਨਾਂ ਦੇ ਕੋਲ ਆਈਲੈਟਸ ਸੀਗਾ, ਉਹਨਾਂ ਦੇ ਕੋਲ ਪੁਲਿਸ ਕਲੀਅਰੈਂਸ ਸੀਗਾ, ਜਾਂ ਈਵਨ ਪੁਲਿਸ ਕਲੀਅਰੈਂਸ ਸਬਮਿਸ਼ਨ ਦਾ ਲੈਟਰ ਸੀਗਾ, ਤਾਂ ਵੀ ਉਹ ਲੱਗ ਗਈਆਂ ਉਹਨਾਂ ਦੀਆਂ ਐਪਲੀਕੇਸ਼ਨ। ਜਿੱਦਾਂ ਮੈਡੀਕਲ ਐਕਸਪਰਟ ਸੀਗਾ ਉਹਨਾਂ ਨੇ ਵੀ ਉਹਦੇ ਨਾਲ ਵੀ ਐਪਲੀਕੇਸ਼ਨ ਪੁੱਟ ਅਪ ਕਰਤੀਆਂ। ਸੋ ਹੋਪਫੁਲੀ ਜਿਹੜੇ ਬੱਚੇ ਹੈਗੇ ਨੇ ਯੂ ਸ਼ੁੱਡ ਬੀ ਮੋਰ ਪ੍ਰੀਪੇਅਰਡ ਦਿਸ ਟਾਈਮ। ਐਂਡ ਜਿੰਨੇ ਵੀ ਪੇਰੈਂਟਸ ਸਾਨੂੰ ਸੁਣ ਰਹੇ ਨੇ, ਜੇ ਤੁਹਾਡੇ ਬੱਚੇ ਪਾਸ ਆਊਟ ਹੋ ਗਏ ਨੇ ਜਾਂ ਜੌਬ ਕਰ ਰਹੇ ਨੇ, ਉਹਨਾਂ ਨੂੰ ਪੁਸ਼ ਕਰੋ ਕਿ ਦੇ ਸ਼ੁੱਡ ਹੈਵ ਆਲ ਡਾਕੂਮੈਂਟਸ ਰੈਡੀ, ਤਾਂ ਕਿ ਜੇ ਅਪਡੇਟਸ ਆਉਂਦੀਆਂ ਹੈਗੀਆਂ 8th ਨੂੰ ਐਂਡ ਇੰਪਲੀਮੈਂਟੇਸ਼ਨ ਡੇਟ ਉੱਥੇ ਕੀ ਹੁੰਦੀ ਹੈ, ਤੇ ਦੇ ਸ਼ੁੱਡ ਬੀ ਇਨ ਅ ਪੋਜੀਸ਼ਨ ਟੂ ਸਬਮਿਟ देयर ਐਪਲੀਕੇਸ਼ਨ ਰਾਈਟ ਅਵੇ। ਬਿਲਕੁਲ ਸਰ, ਜਿਵੇਂ ਤੁਸੀਂ ਸਬਮਿਸ਼ਨ ਦੀ ਗੱਲ ਕੀਤੀ, ਐਪਲੀਕੇਸ਼ਨਸ ਦੀ ਗੱਲ ਕੀਤੀ ਆ, ਸੋ ਇੱਕ ਐਟਲੀਸਟ ਬੱਚਿਆਂ ਨੂੰ ਇਹ ਜ਼ਰੂਰ ਹੋ ਗਿਆ ਕਿ ਚਾਹੇ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਸਾਡੇ ਉੱਪਰ ਜਾ ਰਹੇ ਨੇ, ਬਟ ਸਟਿਲ ਆਪਣੀ ਫਾਈਲ ਰੈਡੀ ਰੱਖਣ, ਤਾਂ ਕਿ ਜੇ ਕੱਲ ਨੂੰ ਇਹਦਾ ਪ੍ਰੋਗਰਾਮ ਦੁਬਾਰਾ ਆ ਰਿਹਾ ਵਾ, ਇਹਦਾ ਜਿਵੇਂ ਹੁਣ ਤੁਸੀਂ ਕਿਹਾ ਕਿ ਚਾਂਸਸ ਆਰ ਕਿ ਹੁਣ ਆਲਮੋਸਟ ਆ ਰਿਹਾ ਨੈਕਸਟ ਈਅਰ, ਸੋ ਇਹਦੇ ਵਿੱਚ ਆਪਣੀ ਫਾਈਲ ਦੇ ਲਈ ਐਟਲੀਸਟ ਅਪਡੇਸ਼ਨ ਸਾਰੀ ਉਹਨਾਂ ਕੋਲ ਹੋਏਗੀ। ਇੱਕ ਹੋਰ ਹੈ ਕਿ ਜਿਹੜਾ ਐਕਸਪ੍ਰੈਸ ਐਂਟਰੀ ਤੋਂ ਬਾਅਦ ਹੁਣ ਜਿਹੜੀ ਹੋਰ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਬੱਚਿਆਂ ਦੀ ਗੱਲ ਕੀਤੀ ਆ, ਆਊਟ ਆਫ ਸਟੇਟਸ ਬਹੁਤ ਬੱਚੇ ਹੋ ਚੁੱਕੇ ਨੇ। ਸੋ ਤੁਸੀਂ ਕਿਹਾ ਕਿ ਤੁਹਾਨੂੰ ਵੀ ਲਾਸਟ ਟਾਈਮ ਪ੍ਰੋਗਰਾਮ ਤੋਂ ਬਾਅਦ ਕਾਫੀ ਕਾਲਸ ਆਈਆਂ ਸੀਗੀਆਂ, ਤੇ ਆਊਟ ਆਫ ਸਟੇਟਸ ਹੋਣ ਤੋਂ ਬਾਅਦ ਕੀ ਕੈਨੇਡਾ ਵਿੱਚ ਆਪਣੇ ਸਟੇਟਸ ਨੂੰ ਰੀਸਟੋਰ ਕਰਨ ਦਾ ਕੋਈ ਵੇ ਹੈਗਾ ਆ? ਓਕੇ ਤਰਨ, ਪਹਿਲੀ ਤਾਂ ਇੱਕ ਗੱਲ ਹੋ ਗਈ ਕਿ ਇਸ ਟਾਈਮ ਤੇ ਇੱਕ ਪੋਸਟ ਗ੍ਰੈਡ ਵਰਕ ਪਰਮਿਟ ਦਾ ਐਕਸਟੈਂਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਹੈਗਾ। ਸੋ ਜਿੰਨੇ ਵੀ ਸਟੂਡੈਂਟਸ ਹੈਗੇ ਨੇ ਜਿਹੜੇ ਅਪ੍ਰੈਲ 2021 ਤੋਂ ਸਟੇਟਸ ਖੋ ਚੁੱਕੇ ਨੇ, ਓਕੇ ਸੌਰੀ ਸੈਪਟੈਂਬਰ 2021 ਤੋਂ ਸਟੇਟਸ ਤੋਂ ਆਊਟ ਹੋ ਚੁੱਕੇ ਨੇ। ਕੁਝ ਬੱਚੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕੰਟਰੀ ਛੱਡ ਕੇ ਬਾਹਰ ਵਾਪਸ ਚਲੇ ਗਏ ਨੇ, ਜਾਂ ਵਿਦਿਨ ਕੈਨੇਡਾ ਵਿਜ਼ਿਟਰ ਦੇ ਹੈਗੇ ਨੇ। ਉਹ ਸਾਰੇ ਸਟੂਡੈਂਟ ਇਸ ਟਾਈਮ ਰੈਸਟੋਰੇਸ਼ਨ ਦੇ ਨਾਲ ਆਪਣੀ ਫਾਈਲ ਲਗਾਉਣ ਵਾਸਤੇ ਐਲੀਜੀਬਲ ਹੈਗੇ ਨੇ। ਜੇ ਉਹ ਵਿਦਿਨ ਕੈਨੇਡਾ ਹੈਗੇ ਨੇ ਤਾਂ ਵੀ, ਜੇ ਕੈਨੇਡਾ ਛੱਡ ਕੇ ਬਾਹਰ ਚਲੇ ਗਏ ਨੇ ਤਾਂ ਵੀ ਉਹ ਐਲੀਜੀਬਲ ਹੈਗੇ ਨੇ। ਜਿਹੜੇ ਹੁਣ ਜਿਨ੍ਹਾਂ ਦਾ ਐਕਸਪਾਇਰ ਹੋਣ ਜਾ ਰਿਹਾ ਅਗਲੇ 3-4 ਮਹੀਨਿਆਂ ਦੇ ਵਿੱਚ, ਉਹ ਸਾਰਿਆਂ ਨੂੰ ਨੋਟਿਸਸ ਆ ਚੁੱਕੇ ਨੇ। ਉਹਨਾਂ ਦਾ ਰਿਨਿਊਅਲ ਇਜ਼ ਇਨ ਪ੍ਰੋਸੈਸ। 18 ਉਹਨਾਂ ਨੂੰ ਕੋਈ ਐਪਲੀਕੇਸ਼ਨ ਪਾਉਣ ਦੀ ਲੋੜ ਨਹੀਂ, ਆਟੋਮੈਟਿਕਲੀ ਉਹਨਾਂ ਕੋਲ ਰਿਨਿਊਅਲ 18 ਮਹੀਨਿਆਂ ਦੀ ਆ ਜਾਏਗਾ, ਪ੍ਰੋਵਾਈਡਡ ਉਹਨਾਂ ਦਾ ਪਾਸਪੋਰਟ 18 ਮਹੀਨਿਆਂ ਵਾਸਤੇ ਵੈਲਿਡ ਜ਼ਰੂਰ ਹੋਵੇ। ਸੋ ਜਿਹੜੇ ਸੈਪਟੈਂਬਰ ਆਨਵਰਡਸ ਹੈਗੇ ਨੇ ਉਹਨਾਂ ਨੂੰ ਰੈਸਟੋਰੇਸ਼ਨ ਦੀ ਪਾਣੀ ਪਏਗੀ। ਈਵਨ ਜੇ 3 ਮਹੀਨੇ ਤੋਂ ਜ਼ਿਆਦਾ ਵੀ ਹੋ ਗਿਆ ਟਾਈਮ ਤਾਂ ਵੀ ਉਹਨਾਂ ਦੀ ਰੈਸਟੋਰੇਸ਼ਨ ਦੇ ਨਾਲ ਐਪਲੀਕੇਸ਼ਨ ਐਕਸੈਪਟ ਹੋ ਜਾਏਗੀ, ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ, ਬਟ ਉਹਦੇ ਵਾਸਤੇ ਐਪਲੀਕੇਸ਼ਨ ਜ਼ਰੂਰ ਲਗਾਉਣੀ ਪਏਗੀ। ਹੁਣ ਉਹ ਬੱਚੇ ਆ ਗਏ ਤਰਨ ਜਿਹੜੇ ਸਟੇਟਸ ਹੀ ਖੋ ਬੈਠੇ ਨੇ ਸੈਪਟੈਂਬਰ ਤੋਂ ਪਹਿਲਾਂ, ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ, ਕਿਸੇ ਵਜ੍ਹਾ ਨਾਲ ਪੜ੍ਹਾਈ ਤੋਂ ਬਾਹਰ ਹੋ ਗਏ, ਜਾਂ ਆਪਣਾ ਪੋਸਟ ਗ੍ਰੈਡ ਵਰਕ ਪਰਮਿਟ ਤੋਂ ਓਵਰਸਟੇ ਹੋ ਗਏ ਨੇ। ਇਹੋ ਜਿਹੇ ਬਹੁਤ ਸਾਰੇ ਸਟੂਡੈਂਟਸ ਇਸ ਟਾਈਮ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ। ਤੁਹਾਨੂੰ ਯਾਦ ਹੋਵੇਗਾ ਜਦੋਂ ਅਸੀਂ ਲਾਸਟ ਟਾਈਮ ਪ੍ਰੋਗਰਾਮ ਕੀਤਾ ਤੇ ਸਾਡੇ ਆਫਿਸ ਦੇ ਵਿੱਚ ਇਹੋ ਜਿਹੀਆਂ ਕਾਲਾਂ ਆਈਆਂ ਤੇ ਐਂਡ ਦੇਖ ਕੇ ਰੋਣਾ ਆਉਂਦਾ ਆ, ਕਿਉਂਕਿ ਬੱਚੇ ਦੇ ਵਰ ਨਾਟ ਸੀਰੀਅਸ ਅਬਾਊਟ देयर ਕੈਰੀਅਰਸ। ਇੱਕ ਬੱਚੇ ਦੀ ਤਾਂ ਮਦਰ ਸ਼ੀ ਇਜ਼ ਸਫਰਿੰਗ ਫਰੋਮ ਕੈਂਸਰ, ਉਹ ਕਹਿੰਦੀ ਮੈਨੂੰ ਆ ਕੇ ਮਿਲ ਜਾਵੇ। ਇਹ ਬੱਚੇ ਨੇ ਆਪਣੇ ਨਾ ਭੈਣ ਨੂੰ, ਨਾ ਭਰਾ ਨੂੰ, ਨਾ ਆਪਣੇ ਮਮ ਡੈਡ ਨੂੰ ਦੱਸਿਆ ਕਿ ਮੈਂ ਆਊਟ ਆਫ ਸਟੇਟਸ ਹੋ ਚੁੱਕਾ, ਤੇ ਵਾਪਸ ਜਾਣ ਦੀ ਕੰਡੀਸ਼ਨ ਦੇ ਵਿੱਚ ਨਹੀਂ ਹੈਗਾ, ਬਿਕੋਜ਼ ਹੀ ਡਜ਼ ਨਾਟ ਵਾਂਟ ਕਿ ਮੈਂ ਜਾਵਾਂ ਤੇ ਵਾਪਸ ਨਾ ਆ ਸਕਾਂ। ਤੇ ਮਾਂ ਉੱਥੇ ਤੜਫਦੀ ਪਈ ਹੈ ਤੇ ਆਪ ਬੱਚਾ ਇੱਥੇ ਸਟਰਗਲ ਕਰਦਾ ਪਿਆ। ਐਂਡ ਇਟ ਇਜ਼ ਨਾਟ ਈਜ਼ੀ। ਜਿਹੜਾ ਬੱਚਾ ਸਟੇਟਸ ਤੋਂ ਆਊਟ ਹੋ ਚੁੱਕਾ 18 ਸਾਲ ਦਾ, 20 ਸਾਲ ਦਾ, 22 ਸਾਲ ਦਾ, ਉਹਨੇ ਤੇ ਸਾਰੀ ਜ਼ਿੰਦਗੀ ਪਈ ਹੈ ਉਹਦੇ ਵਾਸਤੇ। ਐਂਡ ਇੱਕ ਗਲਤੀ ਕਈ ਵਾਰੀ ਇੰਨੀ ਭਾਰੀ ਪੈ ਜਾਂਦੀ ਹੈ ਕਿ ਉਹ ਅੱਗੇ ਤੁਹਾਨੂੰ ਬਹੁਤ ਤੰਗ ਕਰਦੀ ਹੈਗੀ ਹੈ। ਸੋ ਇਮੀਡੀਏਟਲੀ ਉਹਦਾ ਵਾਪਸ ਸਟੇਟਸ ਦੇ ਆਉਣ ਵਾਸਤੇ ਉਹਨੂੰ ਕਈ ਚੀਜ਼ਾਂ ਹੋਰ ਕਰਨੀਆਂ ਪੈਣਗੀਆਂ। ਐਂਡ ਇਮੀਡੀਏਟਲੀ ਜੇ ਵਾਪਸ ਜਾਂਦਾ ਹੈ ਤੇ ਵਾਪਸ ਆਉਣਾ ਉਹਦਾ ਕੈਨੇਡਾ ਦੇ ਵਿੱਚ ਮੁਸ਼ਕਲ ਹੋ ਜਾਏਗਾ। ਸੋ ਇਹ ਕੈਚ 22 ਸਿਚੁਏਸ਼ਨ ਦੇ ਵਿੱਚ ਕਈ ਬੱਚੇ ਫਸੇ ਹੋਏ ਨੇ। ਸੋ ਜੇ ਤੁਹਾਡਾ ਬੱਚਾ
ਆਪਣੇ ਬੱਚਿਆਂ ਨੂੰ ਪਲੀਜ਼ ਜ਼ਰੂਰ ਪੁੱਛੋ, ਸਾਂਭ ਕੇ ਰੱਖੋ, ਉਹਨਾਂ ਨੂੰ ਪੁੱਛਦੇ ਰਹੋ, ਉਹਨਾਂ ਨਾਲ ਗੱਲਬਾਤ ਕਰਦੇ ਰਹੋ। ਕਿਸੇ ਡਿਪਰੈਸ਼ਨ ਦੇ ਤੋਂ ਨਹੀਂ ਉਹ ਗੋ ਥਰੂ ਕਰ ਰਹੇ, ਕੋਈ ਜੌਬ ਲੂਜ਼ ਕਰ ਗਏ, ਕਿਸੇ ਵਜ੍ਹਾ ਨਾਲ ਉਹਨਾਂ ਦੀ ਪੜ੍ਹਾਈ ਛੁੱਟ ਗਈ, ਕੋਈ ਫੇਲ ਹੋ ਗਿਆ, ਕੋਈ ਕਿਸੇ ਉੱਤੇ ਕੋਈ ਕੇਸ ਇਹੋ ਜਿਹਾ ਹੋ ਗਿਆ, ਜਾਂ ਉਹਦੀ ਕੰਪਨੀ ਇਹੋ ਜਿਹੀ ਸੀਗੀ ਕਿ ਉਹਨੇ ਪੜ੍ਹਾਈ ਛੱਡ ਦਿੱਤੀ, ਨੰਬਰ ਘੱਟ ਹੋ ਗਏ, ਫੇਲ ਹੋਣਾ ਸ਼ੁਰੂ ਹੋ ਗਿਆ, ਐਂਡ ਵਿੱਚ ਗੈਪ ਆਉਣੇ ਸ਼ੁਰੂ ਹੋ ਗਏ। ਜੇ ਕੋਈ ਵੀ ਸਟੂਡੈਂਟ ਇਸ ਟਾਈਮ ਤੇ ਇਸ ਸਿਚੁਏਸ਼ਨ ਦੇ ਵਿੱਚ ਹੈਗਾ ਬਟ ਉਹਦਾ ਸਟੇਟਸ ਮੇਨਟੇਨਡ ਹੈਗਾ ਆ, ਹਲੇ ਉਹਦਾ ਕੋਲ ਸਟੇਟਸ ਹੈਗਾ ਆ, ਦੇयर ਆਰ ਲੋਟ ਆਫ ਆਪਸ਼ਨਸ ਦੈਟ ਕੈਨ ਬੀ ਵਰਕਡ ਆਊਟ ਵਿਦਿਨ ਕੈਨੇਡਾ ਇਟਸੈਲਫ, ਐਂਡ ਜੇ ਉਹ ਸਟੇਟਸ ਤੋਂ ਵੀ ਬਾਹਰ ਹੋ ਚੁੱਕਾ ਤਾਂ ਵੀ ਆਪਸ਼ਨਸ ਵਰਕਆਊਟ ਹੋ ਸਕਦੀਆਂ। ਬਟ ਉਹਦੇ ਵਾਸਤੇ ਤੁਹਾਨੂੰ ਸਾਡੇ ਨਾਲ 1-on-1 ਅਪਾਇੰਟਮੈਂਟ ਜਾਂ ਕਿਸੇ ਵੀ ਕੰਸਲਟੈਂਟ, ਜੇ ਤੁਸੀਂ BC 'ਚ ਹੈਗੇ ਹੋ, ਆਪਣੇ ਕਿਸੇ ਕੰਸਲਟੈਂਟ ਨਾਲ ਉੱਥੇ ਹੀ ਬੈਠ ਕੇ, ਲਾਇਰ ਨਾਲ ਬੈਠ ਕੇ ਡਿਸਕਸ ਕਰੋ ਕਿ ਕਿਹੜੀ ਓਪਰਚੁਨਿਟੀ ਅੱਜ ਐਗਜ਼ਿਸਟ ਕਰਦੀ ਹੈ। ਐਂਡ ਹਰ ਚੀਜ਼ ਦਾ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਹੁੰਦਾ ਹੈ। ਆ ਨਾ ਸੋਚੋ ਕਿ ਮੈਂ ਹੁਣ ਆਊਟ ਹੋ ਗਿਆ ਤੇ ਮੈਂ ਹੁਣ ਛੁਪ ਕੇ ਹੀ ਰਹੀ ਜਾਵਾਂ, ਉਹ ਰਹਿਣਾ ਕੋਈ ਸੋਲੂਸ਼ਨ ਨਹੀਂ ਹੈਗਾ। ਤੁਹਾਨੂੰ ਸੋਲੂਸ਼ਨ ਕੋਈ ਨਾ ਕੋਈ ਚੀਜ਼ ਦਾ ਲੱਭਣਾ ਹੀ ਪੈਣਾ ਹੈ। ਬੱਚੇ ਅੱਜ ਦੇ ਟਾਈਮ 'ਚ ਹਾਲਾਂਕਿ ਮਿਹਨਤ ਵੀ ਕਈ ਬਹੁਤ ਕਰ ਰਹੇ ਨੇ, ਪਰ ਇਹ ਵੀ ਮੈਂ ਦੇਖਿਆ ਕਿ ਮੇਰੇ ਖੁਦ ਅਜਿਹੇ ਐਕਸਪੀਰੀਅੰਸ ਵੀ ਹੋਏ ਨੇ ਕਿ ਆਪਣੀਆਂ ਜੌਬਸ ਨੂੰ ਲੈ ਕੇ ਜਾਂ ਆਪਣੀ PR ਸਟੇਟਸ ਨੂੰ ਲੈ ਕੇ ਬਹੁਤ ਜ਼ਿਆਦਾ ਕੋਈ ਉਹ ਨਹੀਂ ਹੈਗੇ, ਸੀਰੀਅਸ ਨਹੀਂ ਹੈਗੇ। ਸੋ ਜੌਬ ਛੱਡਣਾ ਬਹੁਤ ਈਜ਼ੀ ਹੋ ਰਿਹਾ ਵਾ, ਨੌਕਾ ਦੀਆਂ ਜੌਬਸ ਦੇ ਬਾਰੇ ਸੋਚ ਨਹੀਂ ਰਹੇ ਹੈਗੇ ਕਿ ਕੱਲ ਨੂੰ PR ਤੁਹਾਡੀ ਕਿੱਦਾਂ ਲਈ ਜਾਏਗੀ। ਸੋ ਇਹ ਚੀਜ਼ ਬਹੁਤ ਸੋਚਣ ਦੀ ਲੋੜ ਆ ਕਿ ਜਿਸ ਤਰੀਕੇ ਨਾਲ ਪੁਆਇੰਟਸ ਉੱਪਰ ਜਾ ਰਹੇ ਨੇ, ਕੱਲ ਨੂੰ ਤੁਸੀਂ ਆਪਣੀ PR ਤੱਕ ਦਾ ਸਟੇਟਸ ਕਿਵੇਂ ਲੈ ਕੇ ਜਾਓਗੇ। ਤਰਨ, ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਜੀ, ਖਾਸ ਕਰ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਹੋਏ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਮੈਂ 6 ਬੈਂਡ ਤੋਂ 6.5 ਬੈਂਡ ਤੋਂ ਉੱਪਰ ਨਹੀਂ ਲੈ ਸਕਦਾ, ਉਹਨਾਂ ਦਾ ਸਕੋਰ ਤੇ 400 ਤੋਂ ਥੱਲੇ ਹੀ ਹੈਗਾ। ਐਂਡ ਉਹਨਾਂ ਨੂੰ ਚਾਹੀਦਾ ਹੈਗਾ ਜਿਸ ਵੀ EMPLOYER ਨਾਲ ਕੰਮ ਕਰ ਰਹੇ ਨੇ ਪੂਰੀ ਸਿੰਸੀਅਰਿਟੀ ਨਾਲ, ਓਨੈਸਟੀ ਨਾਲ ਕੰਮ ਕਰਨ, ਆਪਣੇ EMPLOYERS ਨੂੰ ਵੀ ਕਹਿਣ ਕਿ ਤੁਹਾਨੂੰ PNP ਵਾਸਤੇ ਜਾਂ LMIA ਦੇ ਨਾਲ ਸਪੋਰਟ ਕਰਨ ਤਾਂ ਕਿ ਤੁਸੀਂ ਵੀ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਕੁਆਲੀਫਾਈ ਹੋ ਸਕੋ। ਐਂਡ ਬਹੁਤ ਸਾਰੇ ਇਹੋ ਜਿਹੇ ਬੱਚੇ ਹੈਗੇ ਨੇ ਜਿਨ੍ਹਾਂ ਨੂੰ ਉਹੋ ਜਿਹੀ ਜੌਬ ਹੀ ਨਹੀਂ ਮਿਲ ਪਾ ਰਹੀ ਕਿ ਜਿਹੜੀ ਉਹਨਾਂ ਨੂੰ PR ਤੱਕ ਲੈ ਕੇ ਜਾਏਗੀ। ਕਿਸੇ ਦਾ ਸਾਲ ਨਿਕਲ ਗਿਆ, ਕਿਸੇ ਦੇ 8 ਮਹੀਨੇ ਨਿਕਲ ਗਏ ਨੇ, ਕਿਸੇ ਦੇ 15 ਮਹੀਨੇ ਨਿਕਲ ਗਏ ਨੇ। ਸੋ ਜਿੰਨੇ ਵੀ ਸਟੂਡੈਂਟਸ ਹੈਗੇ ਨੇ ਜਿਹੜੇ ਇਸ ਸਰਕਮਸਟੈਂਸਸ ਦੇ ਵਿੱਚ ਹੈਗੇ ਨੇ, ਕਿਸੇ ਕੰਸਲਟੈਂਟ TikTok ਛੱਡ ਕੇ ਕਿਸੇ ਕੰਸਲਟੈਂਟ ਲਾਇਰ ਕੋਲ ਬੈਠ ਕੇ ਆਪਣਾ ਕੇਸ ਆਪਸ਼ਨਸ ਡਿਸਕਸ ਕਰੋ, ਬਿਕੋਜ਼ ਅੱਜ ਵੀ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਵਾਸਤੇ ਵਰਕਆਊਟ ਹੋ ਸਕਦੀਆਂ। ਐਂਡ ਆ ਨਾ ਸੋਚੋ ਕਿ ਨੋਵਾ ਸਕੋਸ਼ੀਆ ਦੇ ਵਿੱਚ ਜੀ ਐਕਸਪ੍ਰੈਸ ਐਂਟਰੀ ਸਟਰੀਮ ਬੰਦ ਹੋ ਗਈ ਹੈ ਤੇ ਮੇਰਾ ਉੱਥੇ ਆਪਸ਼ਨ ਹੀ ਨਹੀਂ ਐਗਜ਼ਿਸਟ ਕਰਦੀ। ਈਵਨ ਜੇ ਤੁਸੀਂ ਨੋਵਾ ਸਕੋਸ਼ੀਆ ਦੇ ਵਿੱਚ ਹੈਗੇ ਹੋ, ਜੇ ਤੁਹਾਡਾ EMPLOYER ਡੈਜ਼ਿਗਨੇਟਿਡ ਹੈਗਾ ਆ ਤੇ ਹੀ ਕੈਨ ਸਟਿਲ ਹੈਲਪ ਯੂ ਵਿਦ ਅ PNP ਸਰਟੀਫਿਕੇਟ, ਬਟ ਉਹਦਾ ਡੈਜ਼ਿਗਨੇਸ਼ਨ ਹੋਣਾ ਜ਼ਰੂਰੀ ਹੈ। ਸਿਮਿਲਰਲੀ ਵਿਦ ਅਦਰ ਪ੍ਰੋਵਿੰਸਸ, ਜਿੱਥੇ ਵੀ ਕੰਮ ਕਰ ਰਹੇ ਹੋ ਆਪਣੀ EMPLOYER ਨਾਲ ਪੂਰੀ ਸਿੰਸੀਅਰਿਟੀ ਨਾਲ ਕੰਮ ਕਰੋ, ਐਂਡ ਆਪਣੇ EMPLOYER ਵੀ ਤੁਹਾਨੂੰ ਉਸੇ ਤਰ੍ਹਾਂ ਸਪੋਰਟ ਕਰਨਗੇ। ਐਂਡ ਜੇ ਕਿਸੇ ਨੂੰ ਹੈਲਪ ਚਾਹੀਦੀ ਹੈਗੀ ਹੈ ਤੇ ICC ਤੇ ਸਾਨੂੰ ਕੰਟੈਕਟ ਕਰ ਸਕਦੇ ਨੇ। ਵੀ ਕੈਨ ਡੈਫੀਨੇਟਲੀ ਫਾਰਵਰਡ ਯੂਰ CVs ਐਂਡ ਤੁਹਾਡੀ ਅਸੀਂ ਜੌਬ ਪਲੇਸਮੈਂਟ ਦੇ ਵਿੱਚ ਹੈਲਪ ਕਰ ਸਕਦੇ ਹਾਂ, ਬਿਕੋਜ਼ ਅਸੀਂ ਵੀ ਲਾਇਸੈਂਸਡ ਰਿਕਰੂਟਰ ਹੈਗੇ ਹਾਂ ਫॉर ਸਮ ਪ੍ਰੋਵਿੰਸਸ। ਸੋ ਅਸੀਂ ਉਹਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹੈਗੇ ਹਾਂ। ਐਂਡ ਜਿੰਨੇ ਵੀ ਇਸ ਟਾਈਮ ਤੇ ਵਿਜ਼ਿਟਰਸ ਕੈਨੇਡਾ ਦੇ ਵਿੱਚ ਹੈਗੇ ਨੇ, ਮੈਂ ਬਾਰ-ਬਾਰ ਕਹਿਣਾ ਕਿ ਜੀ ਇਸ ਟਾਈਮ ਤੇ ਤਕਰੀਬਨ 7.5 ਲੱਖ ਤੋਂ ਜ਼ਿਆਦਾ ਟੈਂਪਰੇਰੀ ਐਪਲੀਕੇਸ਼ਨਸ ਪਿਛਲੇ 3-4 ਮਹੀਨਿਆਂ ਦੇ ਵਿੱਚ ਲੱਗੀਆਂ ਹੈਗੀਆਂ। ਐਂਡ ਜਿਨ੍ਹਾਂ ਦੇ ਕੋਲ ਵਿਜ਼ਿਟਰ ਪਹਿਲੇ ਹੀ ਲੱਗਾ ਹੋਇਆ, ਭਾਵੇਂ ਤੁਸੀਂ ਯੂਰਪ ਦੇ ਵਿੱਚ ਬੈਠੇ ਹੋ, ਇੰਡੀਆ ਦੇ ਵਿੱਚ ਬੈਠੇ ਹੋ, ਤੁਸੀਂ ਮਿਡਲ ਈਸਟ ਦੇ ਵਿੱਚ ਬੈਠੇ ਹੋ ਜਾਂ ਫਿਰ ਇਟਲੀ ਦੇ ਵਿੱਚ ਬੈਠੇ ਹੋ, ਜੇ ਤੁਹਾਡੇ ਕੋਲ ਵਿਜ਼ਿਟ ਵੀਜ਼ਾ ਲੱਗਾ ਹੋਇਆ ਤੇ ਦਿਸ ਇਜ਼ ਦਾ ਬੈਸਟ ਟਾਈਮ ਟੂ ਕਮ ਟੂ ਕੈਨੇਡਾ। ਜੇ ਤੁਸੀਂ ਗ੍ਰੇਡ 12 ਕੀਤੀਆਂ ਹੋਈਆਂ ਤੇ 1 ਸਾਲ ਬਾਅਦ ਤੁਸੀਂ PNP ਦੇ ਥਰੂ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਵੀ ਕੁਆਲੀਫਾਈ ਕਰ ਜਾਣਾ ਹੈ। ਐਂਡ ਜਦੋਂ ਐਪਲੀਕੇਸ਼ਨ PNP ਦੀ ਲੱਗਣੀ ਹੈ ਉਦੋਂ 4 ਬੈਂਡ ਚਾਹੀਦੇ ਨੇ। ਜੇ ਤੁਸੀਂ IT ਦੇ ਵਿੱਚ ਹੈਗੇ ਹੋ, ਤੁਸੀਂ ਕੋਈ ਮੈਨੇਜੀਰੀਅਲ ਜੌਬ ਕਰਦੇ ਆਏ ਹੋ, ਤੁਸੀਂ ਸੁਪਰਵਾਈਜ਼ਰ ਜਾਂ ਟੈਕਨੀਕਲ ਜੌਬ ਕਰਦੇ ਆਏ ਹੋ, ਤੁਹਾਡੀ ਏਜ ਤੁਹਾਨੂੰ ਪਤਾ ਹੈ ਕਿ 40 ਸਾਲ ਦੇ ਆਸ-ਪਾਸ ਹੈਗੀ ਹੈ ਜਾਂ 35 ਤੋਂ ਉੱਪਰ ਹੈਗੀ ਹੈ, ਤੁਸੀਂ ਬਿਨਾਂ ਜੌਬ ਆਫਰ ਦੇ ਤਾਂ 8777 ਆਣਾ ਨਹੀਂ ਤੇ ਤੁਹਾਡਾ ਐਕਸਪ੍ਰੈਸ ਐਂਟਰੀ ਦੇ ਵਿੱਚ ਕੰਮ ਹੋਣਾ ਮੁਸ਼ਕਲ ਹੈਗਾ। ਤੇ ਲੁੱਕ ਫॉर PNP ਆਪਸ਼ਨਸ, ਈਵਨ ਬਲੂ ਕਾਲਰ ਜੌਬਸ ਇਹੋ ਜਿਹੀਆਂ ਬਹੁਤ ਸਾਰੀਆਂ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀਆਂ ਹੈਗੀਆਂ, ਜਿਹਦੇ ਵਿੱਚ ਤੁਸੀਂ 1 ਸਾਲ ਕੰਮ ਕਰਨ ਤੋਂ ਬਾਅਦ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ ਅੰਡਰ PNP ਪ੍ਰੋਗਰਾਮਸ। ਐਂਡ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਪਬਲਿਕ ਪਾਲਿਸੀ ਚੱਲ ਰਹੀ ਹੈਗੀ ਹੈ ਵਿਜ਼ਟਰ ਟੂ ਵਰਕ ਪਰਮਿਟ ਜਾਣ ਵਾਸਤੇ, ਉਹਦਾ ਐਡਵਾਂਟੇਜ ਲਓ, ਗ੍ਰੈਬ ਦੈਟ ਓਪਰਚੁਨਿਟੀ ਐਂਡ ਉਹਦੇ ਵਿੱਚ ਆਰਾਮ ਨਾਲ ਤੁਸੀਂ ਕੁਆਲੀਫਾਈ ਹੋ ਸਕਦੇ ਹੋ। ਸਾਡੇ ਕੋਲ 2 ਪੋਜੀਸ਼ਨਸ ਇਸ ਟਾਈਮ ਇਹੋ ਜਿਹੀਆਂ ਹੈਗੀਆਂ ਤਰਨ, ਜਿੱਥੇ ਵੀ ਕੈਨ ਹੈਲਪ ਦੋਜ਼ ਹੂ ਹੈਵ ਆਲਰੇਡੀ ਔਨ ਅ ਵਿਜ਼ਟਰ ਵੀਜ਼ਾ, ਜਿਹੜੇ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ, ਜੌਬ ਕਰਨ ਵਾਸਤੇ ਤਿਆਰ ਹੈਗੇ ਨੇ। ਆਪਣੀ ਸਾਨੂੰ ਕਾਲ ਕਰਕੇ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ ਐਂਡ ਤੁਸੀਂ ਮੰਡੇ ਜਾ ਕੇ ਵਰਕ ਪਰਮਿਟ ਤੇ ਤੁਹਾਡਾ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ, ਬਿਕੋਜ਼ EMPLOYER ਤੁਹਾਨੂੰ ਆਪ ਬਾਰਡਰ ਤੇ ਲੈ ਕੇ ਜਾਏਗਾ ਤਾਂ ਕਿ ਕੋਈ ਵੀ ਇਹੋ ਜਿਹਾ ਕੁਐਸਚਨ ਨਾ ਹੋ ਜਾਵੇ ਕਿ ਜਿਹੜਾ ਤੁਸੀਂ ਆਨਸਰ ਨਾ ਕਰ ਸਕੋ। ਨਾਰਮਲੀ ਜਦੋਂ ਬਾਰਡਰ ਤੇ ਜਾਂਦੇ ਹੋ, ਜੇ EMPLOYER ਨਾਲ ਜਾਂਦਾ ਆ ਤੇ ਤੁਹਾਡੇ ਅੱਧੇ ਤੋਂ ਜ਼ਿਆਦਾ ਕੁਐਸਚਨ ਤੇ ਉੱਥੇ ਹੀ ਖਤਮ ਹੋ ਜਾਂਦੇ ਆ CBSE ਆਫੀਸਰਸ ਦੇ। ਜੀ ਬਿਲਕੁਲ ਸਰ, ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ, ਇਹਦੇ ਨਾਲ ਕਹਿੰਦੇ BC ਮੈਨੀਟੋਬਾ ਤੇ ਸਸਕੈਚੁਅਨ ਦੇ ਵਿੱਚ ਵੀ PNP ਦੇ ਜ਼ਰੀਏ ਹੁਣ ITS ਪ੍ਰੋਵਾਈਡ ਕਰਵਾਏ ਗਏ ਨੇ।
ਬਿਲਕੁਲ ਤਰਨ ਜੀ, ਅੱਜ ਦੀ ਤਰੀਕ ਦੇ ਵਿੱਚ ਇਨਵੀਟੇਸ਼ਨ ਟੂ ਅਪਲਾਈ BC, ਸੈਸਕੈਚੁਅਨ, ਅਸੀਂ ਐਲਬਰਟਾ ਦੀ ਗੱਲ ਕਰ ਲਈਏ, ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ, ਓਨਟਾਰੀਓ ਦੀ ਗੱਲ ਕਰ ਲਈਏ, ਦੇ ਹੈਵ ਬੀਨ ਐਗਰੈਸਿਵਲੀ ਵਰਕਿੰਗ ਐਂਡ ਅੱਜ ਦੀ ਤਰੀਕ ਦੇ ਵਿੱਚ BC ਐਂਡ ਸੈਸਕੈਚੁਅਨ ਮੈਂ ਹਮੇਸ਼ਾ ਕਹਿੰਦਾ ਜੀ ਇਟ ਇਜ਼ ਵਨ ਆਫ ਦਾ ਫਾਸਟੈਸਟ PNPs ਐਟ ਦਿਸ ਮੋਮੈਂਟ। ਜੇ ਤੁਹਾਡੇ ਕੋਲ EMPLOYER ਦਾ ਉੱਥੋਂ ਲੈਟਰ ਹੈਗਾ ਹੈ ਜਾਂ ਤੁਹਾਡਾ ਰਿਲੇਟਿਵ ਉੱਥੇ ਰਹਿੰਦਾ ਐਂਡ ਤੁਸੀਂ ਉਹਨੇ ਸਰਟਨ ਪੁਆਇੰਟਸ ਮੀਟ ਕਰ ਰਹੇ ਹੋ ਤੇ ਰਾਈਟ ਅਵੇ ਵਿਦਿਨ 3 ਵੀਕਸ PNP ਸਰਟੀਫਿਕੇਟ ਤੁਹਾਨੂੰ ਇਸ਼ੂ ਹੋ ਰਿਹਾ। ਇੰਨੀ ਜਲਦੀ, ਇੰਨਾ ਜਲਦੀ ਕੋਈ ਵੀ ਮੈਂ ਪ੍ਰੋਵਿੰਸ ਕੰਮ ਕਰਦਾ ਨਹੀਂ ਦੇਖਿਆ ਅੱਜ ਦੀ ਤਰੀਕ ਤੱਕ, ਜੇ ਅੱਜ ਦੀ ਤਰੀਕ 'ਚ ਜਿਹੜਾ ਜਿਸ ਤਰ੍ਹਾਂ ਸੈਸਕੈਚੁਅਨ ਕੰਮ ਕਰ ਰਿਹਾ। ਅਮੇਜ਼ਿੰਗ ਸਪੀਡ and they are thorough with their checkups and all that stuff। ਜੇ ਵੈਰੀਫਿਕੇਸ਼ਨਸ ਕਰਨੀਆਂ ਉਹਨਾਂ ਨੇ, they are very thorough with that and within 3 weeks ਦੇ ਵਿੱਚ ਜਦੋਂ PNP ਸਰਟੀਫਿਕੇਟ ਮਿਲ ਜਾਂਦਾ ਤਾਂ ਤੁਹਾਡਾ ਵਰਕ ਪਰਮਿਟ ਐਂਡ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਵਿਦ ਫੈਮਿਲੀ ਐਪਲੀਕੇਸ਼ਨ ਲੱਗ ਜਾਂਦੀ ਹੈਗੀ। ਸੋ ਉਸ ਤੋਂ ਬੈਟਰ ਕੀ ਹੋ ਸਕਦਾ ਹੈ। ਬਿਲਕੁਲ ਸਰ, ਇਹਦੇ ਨਾਲ ਹੀ ਤੁਹਾਨੂੰ ਥੋੜੇ ਜਿਹੇ ਕੁਐਸਚਨਸ ਆ ਰਹੇ ਸੀਗੇ, ਜਿਵੇਂ ਨੈਨੀ ਨੂੰ ਲੈ ਕੇ ਵੀ ਨੈਨੀ ਦੀਆਂ ਫਾਈਲਸ ਪ੍ਰੋਸੈਸਿੰਗ ਸਟਾਰਟ ਹੋ ਚੁੱਕੀ ਹੈ ਵੀ 2019 ਜਾਂ 2022 ਦੀਆਂ। ਸੋ ਇਹਦੇ ਬਾਰੇ ਵਿੱਚ ਵੀ ਥੋੜੀ ਜਾਣਕਾਰੀ ਦੇ ਦਿਓ ਕਿ ਕੀ ਸਰਕਾਰ ਇਮੀਗ੍ਰੇਸ਼ਨ ਡਿਪਾਰਟਮੈਂਟ ਇਹਦੇ ਵੱਲ ਧਿਆਨ ਦੇ ਰਿਹਾ ਵਾ। ਬਿਲਕੁਲ ਤਰਨ ਜੀ, ਦੇ ਰਿਹਾ। ਬੈਕਲੌਗ ਬਹੁਤ ਜ਼ਿਆਦਾ ਹੈਗਾ ਇਸ ਟਾਈਮ ਤੇ। ਬੈਕਲੌਗ 2.4 ਜਾਂ 8 ਮਿਲੀਅਨ ਸਮਥਿੰਗ 2.7 ਤੋਂ ਉੱਪਰ ਚਲਾ ਗਿਆ ਹੋਇਆ ਤੇ ਗਵਰਨਮੈਂਟ ਇਜ਼ ਟਰਾਈਂਗ ਇਟਸ ਬੈਸਟ ਕਿ ਅਸੀਂ ਬੈਕਲੌਗ ਨੂੰ ਫੜ ਕੇ ਰੱਖੀਏ, ਘਟਾਉਣ ਦੀ ਕੋਸ਼ਿਸ਼ ਕਰੀਏ। ਬਟ ਨਵੀਂ ਐਪਲੀਕੇਸ਼ਨਸ ਵੀ ਉਸੇ ਸਪੀਡ ਨਾਲ ਲੱਗ ਰਹੀਆਂ ਹੈਗੀਆਂ। ਇਹ ਨਹੀਂ ਕਿ ਪੁਰਾਣੀਆਂ ਨਹੀਂ ਪ੍ਰੋਸੈਸ ਰਹੀਆਂ, ਬਟ ਨਵੀਆਂ ਦੀ ਇਨਟੇਕ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਵਧੀ ਹੋਈ ਹੈ। ਸੋ ਇਸ ਟਾਈਮ ਤੇ 2019 ਐਂਡ 2020 ਦੀਆਂ ਐਪਲੀਕੇਸ਼ਨਸ ਕੇਅਰ ਗਿਵਰਸ ਦੀਆਂ ਪ੍ਰੋਸੈਸ ਹੋ ਰਹੀਆਂ। ਬਟ ਇੱਕ ਚੀਜ਼ ਮੈਂ ਤਰਨ ਇੱਥੇ ਕਹੂੰਗਾ, ਜੇ ਕੋਈ ਵੀ ਇਸ ਟਾਈਮ ਕੇਅਰ ਗਿਵਰ ਜਿਨ੍ਹਾਂ ਦੀ ਐਪਲੀਕੇਸ਼ਨ 21, 22 ਜਾਂ ਅਗਲੇ ਸਾਲ ਲੱਗਣ ਦੇ ਤੁਸੀਂ ਤਿਆਰੀ ਕਰਦੇ ਹੋ ਐਂਡ ਤੁਹਾਡੇ ਕੋਲ ਨਰਸਿੰਗ ਦੀ ਐਕਸਪੀਰੀਅੰਸ ਹੈਗਾ ਆ, BSc ਨਰਸਿੰਗ ਜਾਂ GNM ਕੀਤੀ ਹੋਈ, ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਵੀ ਮਾਈਟ ਹੈਵ ਸਮ EMPLOYER ਜਿਨ੍ਹਾਂ ਨੂੰ ਇਸ ਟਾਈਮ ਤੇ PSWs ਚਾਹੀਦੇ ਨੇ ਐਂਡ PSW ਇੱਕ ਇਹੋ ਜਿਹੀ ਕੈਟੇਗਰੀ ਹੈਗੀ ਹੈ। ਹੋ ਸਕਦਾ ਹੈ ਕਿ ਨਵੰਬਰ ਦੇ ਚੇਂਜਸ ਤੋਂ ਬਾਅਦ ਇਹ ਕੈਟੇਗਰੀ NOC C ਤੋਂ ਨਿਕਲ ਕੇ NOC B ਦੇ ਵਿੱਚ ਚਲੀ ਜਾਵੇ, ਬਿਕੋਜ਼ ਆਹ 16 ਆਕੂਪੇਸ਼ਨਸ ਦੇ ਵਿੱਚ ਹੈਗੀ ਹੈ ਜਿਹੜੇ ਤੁਹਾਨੂੰ NOC B ਦੇ ਵਿੱਚ ਲੈ ਜਾਣਗੇ। ਉਸ ਟਾਈਮ ਤੇ ਤੁਹਾਡੀ ਫੈਮਿਲੀ ਨੂੰ ਵੀ ਡਿਪੈਂਡੈਂਟ ਵਰਕ ਪਰਮਿਟ ਮਿਲ ਸਕੇਗਾ ਐਂਡ 1 ਸਾਲ ਬਾਅਦ ਜਾਂ 9 ਮਹੀਨੇ ਕੰਮ ਕਰਨ ਤੋਂ ਬਾਅਦ ਤੁਸੀਂ PNP ਦੇ ਵਿੱਚ ਵੀ ਐਪਲੀਕੇਸ਼ਨ ਲਗਾਉਣ ਵਾਸਤੇ ਤੁਹਾਡੀ ਐਲੀਜੀਬਿਲਟੀ ਬਣ ਜਾਏਗੀ। ਸੋ ਡਿਟੇਲਸ ਵਾਸਤੇ ਤੁਸੀਂ ਯੂ ਕੈਨ ਆਲਵੇਜ਼ ਗੈਟ ਇਨ ਟੱਚ ਵਿਦ ਅਸ, ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ ਵਿਦ ਆਲ ਸੱਚ ਐਪਲੀਕੇਸ਼ਨਸ। ਬਿਲਕੁਲ, ਜਦੋਂ ਤੁਸੀਂ ਗੱਲ ਕਰਦੇ ਹੋ ਇਸ ਤਰੀਕੇ ਨਾਲ ਕਿ ਹੈਲਥ ਕੇਅਰ ਪ੍ਰੋਫੈਸ਼ਨਲਸ ਦੀ ਇਸ ਵਕਤ ਕਾਫੀ ਡਿਮਾਂਡ ਹੈਗੀ ਆ। ਮੈਂ ਕੁਝ ਦਿਨ ਪਹਿਲਾਂ ਇੱਕ ਨਿਊਜ਼ ਪੜ੍ਹ ਰਹੀ ਸੀ ਜਿਹਦੇ ਵਿੱਚ ਕੁਝ ਜਿਹੜੇ ਬਿਜ਼ਨਸ ਓਨਰਸ ਨੇ ਉਹਨਾਂ ਨੇ ਕਿਹਾ ਸੀਗਾ ਕਿ ਬਹੁਤ ਇਸ ਵਕਤ ਜਿਹੜਾ ਸਾਨੂੰ ਵਰਕਰਸ ਦੀ ਸ਼ਾਰਟੇਜ ਦਾ ਸਾਹਮਣਾ ਕਰਨਾ ਪੈ ਰਿਹਾ। ਫੋਰਨ ਵਰਕਰਸ ਇਸ ਵਕਤ ਹਾਇਰ ਨਹੀਂ ਹੋ ਪਾ ਰਹੇ ਹੈਗੇ। ਅਜਿਹੇ ਦੇ ਵਿੱਚ ਜਿਹੜੇ ਇਸ ਵਕਤ ਵਿਜ਼ਟਰਸ ਇੱਥੇ ਪਹੁੰਚੇ ਹੋਏ ਨੇ, ਜੇ ਕਿਸੇ ਕੋਲ ਐਵੇਂ ਦੀ ਕੁਆਲੀਫਿਕੇਸ਼ਨ ਹੈਗੀ ਆ ਜਾਂ ਐਕਸਪੀਰੀਅੰਸ ਹੈਗਾ, ਉਹਨਾਂ ਲਈ ਇੱਕ ਗੋਲਡਨ ਅਪਰਚੂਨਿਟੀ ਹੋ ਸਕਦੀ ਆ। ਤੁਹਾਨੂੰ ਕੀ ਲੱਗਦਾ ਆ? ਬਿਲਕੁਲ ਤਰਨ, ਇਹਦੇ 'ਚ ਕੋਈ ਡਾਊਟ ਨਹੀਂ ਹੈਗਾ। ਜਿਹੜੇ ਇਸ ਟਾਈਮ ਵਿਜ਼ਟਰ ਕੈਨੇਡਾ ਦੇ ਵਿੱਚ ਹੈਗੇ ਨੇ, ਇਸ ਟਾਈਮ ਤੇ ਉਹਨਾਂ ਕੋਲ ਬੈਸਟ ਓਪਰਚੁਨਿਟੀ ਹੈਗੀ ਹੈ ਕਿ ਬਿਕੋਜ਼ ਇਸ ਟਾਈਮ ਤੇ 1 ਮਿਲੀਅਨ ਤੋਂ ਜ਼ਿਆਦਾ ਜੌਬ ਵੈਕੈਂਸੀਜ਼ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਗੱਲ ਕਰਾਂਗੇ ਇਹਦੇ ਬਾਰੇ। ਆਪਣੇ ਨਾਲ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਸਾਡੀ ਬੇਟੀ ਨੇ ਜੀ ਆਈਲੈਟਸ ਕਰਕੇ ਫਾਈਲ ਆਈ ਵੀ 5 ਮਹੀਨੇ ਹੋ ਗਏ ਵੀ ਉਹਦਾ। ਅਸੀਂ ਪਹਿਲਾਂ ਮਈ ਦੀ ਉਹਦੀ ਕਲਾਸ ਸੀ, ਉਹ ਕਹਾਂ ਕਰਾਈ ਆ, ਹੁਣ ਅਗਸਤ ਦੀ, ਦੂਜੀ ਦਸੰਬਰ ਦੀ ਵੀ ਆਉਣ ਵਾਲੀ ਹੈ। ਵੀ ਹਜੇ ਦੱਸਿਆ ਹੀ ਨਹੀਂ ਉਹਨਾਂ ਨੇ ਜੀ। 1 ਮਿੰਟ ਲਈ ਹੋਲਡ ਕਰਿਓ ਜੀ। ਸਰ ਕੁਝ ਪੁੱਛਣਾ ਚਾਹੁੰਦੇ ਹੋ? ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਆ ਜੀ। ਸਰ ਭੈਣ ਜੀ, ਸਟੱਡੀ ਪਰਮਿਟ ਦਾ ਥੋੜਾ ਜਿਹਾ ਪ੍ਰੋਸੈਸਿੰਗ ਟਾਈਮ ਵਧਿਆ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ ਐਂਡ ਬਟ ਰਿਸਪੌਂਸ ਤੇ ਆ ਰਿਹਾ ਹੈਗਾ ਐਂਡ ਇੱਕ ਵਾਰੀ ਵੈਬ ਫਾਰਮ ਜ਼ਰੂਰ ਪਵਾ ਦਿਓ ਆਪਣੀ ਬੇਟੀ ਵਾਸਤੇ, ਆਪਣੀ ਤਾਂ ਕਿ ਪਤਾ ਚੱਲੇ ਕਿ ਉਹਦਾ ਸਟੇਟਸ ਕਿੱਥੇ ਹੈਗਾ। ਜੇ ਤੁਹਾਡੇ ਕੋਲ ਮੈਂਬਰ ਪਾਰਲੀਮੈਂਟ ਤੁਹਾਨੂੰ ਹੈਲਪ ਕਰਦੇ ਨੇ ਤੁਹਾਡੇ ਏਰੀਆ ਦੇ, ਤੁਹਾਡੀ ਕਨਸਟੀਟੂਐਂਸੀ ਦੇ, ਤੇ ਉਹਨਾਂ ਨਾਲ ਵੀ ਰਿਕੁਐਸਟ ਕਰਕੇ ਤੁਸੀਂ ਦੇਖ ਸਕਦੇ ਹੋ। ਹੀ ਔਰ ਸ਼ੀ ਕੈਨ ਗੈਟ ਯੂ ਮਚ ਬੈਟਰ ਅਪਡੇਟਸ ਕਿ ਤੁਹਾਡੀ ਫਾਈਲ ਕਿੱਥੇ ਰੁਕੀ ਹੋਈ ਹੈ ਜੀ। ਬਿਲਕੁਲ। ਤੇ ਸਰ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਫੋਰਨ ਵਰਕਰਸ ਦੀ, ਇਸ ਵਕਤ ਪ੍ਰੋਸੈਸ ਨੂੰ ਥੋੜਾ ਜਿਹਾ ਸਮਾਂ ਲੱਗ ਰਿਹਾ, ਪਰ ਇਸ ਵਕਤ ਜਿਹੜੇ ਇੱਥੇ ਹੈਗੇ ਵਿਜ਼ਟਰਸ ਦੇ ਲਈ ਓਪਰਚੁਨਿਟੀਜ਼ ਹੈਗੀਆਂ ਨੇ। ਤਰਨ ਜੀ, 1 ਮਿਲੀਅਨ ਤੋਂ ਜ਼ਿਆਦਾ ਵੈਕੈਂਸੀਜ਼ ਅੱਜ ਵੀ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀਆਂ ਪਈਆਂ ਐਂਡ ਜਿਹੜੀਆਂ ਬੇਸਿਕ ਜੌਬਸ ਹੈਗੀਆਂ, ਜਿਸ ਤਰ੍ਹਾਂ ਰੂਮ ਕਲੀਨਰਸ ਹੋ ਗਏ, PSWs ਹੋ ਗਏ, ਆਰਡਲੀਜ਼ ਹੋ ਗਏ, ਨਰਸ ਆਰਡਲੀਜ਼ ਹੋ ਗਏ, ਕੰਸਟਰਕਸ਼ਨ ਦੀਆਂ ਜੌਬਸ, ਟਰੱਕ ਡਰਾਈਵਿੰਗ ਦੀ ਜੌਬਸ, ਇਹ ਸਾਰੀਆਂ ਅੱਜ ਦੀ ਤਰੀਕ ਦੇ ਵਿੱਚ ਕ੍ਰਿਟੀਕਲ ਆਕੂਪੇਸ਼ਨਸ ਦੇ ਵਿੱਚ ਮੋਸਟਲੀ ਹਰ ਪ੍ਰੋਵਿੰਸਿਸ ਦੇ ਵਿੱਚ ਹੈਗੀਆਂ। ਸੋ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਜੇ ਤੁਸੀਂ ਆ ਕੇ NOC C ਦੇ ਵਿੱਚ ਵੀ ਕੰਮ ਕਰਦੇ ਹੋ ਤਾਂ ਵੀ ਤੁਸੀਂ 1 ਸਾਲ ਕੰਮ ਕਰਨ ਤੋਂ ਬਾਅਦ PNP ਦੇ ਵਿੱਚ ਤੁਹਾਡੀ ਐਪਲੀਕੇਸ਼ਨ ਲੱਗ ਸਕਦੀ ਹੈ। ਸੋ ਜਿੰਨੇ ਵੀ, ਬਿਕੋਜ਼
ਵਿਦ ਇਨ ਕੈਨੇਡਾ ਐਪਲੀਕੇਸ਼ਨ ਹੋਣ ਦਾ ਐਪਲੀਕੈਂਟ ਹੋਣ ਦਾ ਫਾਇਦਾ ਕੀ ਹੈਗਾ ਜੀ ਕਿ ਬਾਰਡਰ ਤੇ ਜਾ ਕੇ ਉਹ ਵਰਕ ਪਰਮਿਟ ਆਪਣਾ ਰਾਈਟ ਅਵੇ ਲੈ ਕੇ ਆ ਸਕਦੇ ਨੇ LMI ਨੂੰ ਨਾਲ ਲੈ ਕੇ ਜਾ ਕੇ। ਸੋ ਉਸੇ ਦਿਨ ਐਪਲੀਕੇਸ਼ਨ ਪ੍ਰੋਸੈਸ ਹੋ ਰਹੀ ਹੈ, ਉਸੇ ਦਿਨ ਵਰਕ ਪਰਮਿਟ ਗ੍ਰਾਂਟ ਹੋ ਰਿਹਾ। ਐਂਡ EMPLOYER ਨੂੰ ਕੀ ਐਡਵਾਂਟੇਜ ਹੈ ਕਿ ਅਗਲੇ ਦਿਨ ਤੋਂ ਤੁਸੀਂ EMPLOYER ਦੇ ਨਾਲ ਕੰਮ ਕਰਨਾ ਸ਼ੁਰੂ ਕਰ ਰਹੇ ਹੋ। ਸੋ ਇਟ ਇਜ਼ ਐਨ ਐਡਵਾਂਟੇਜੀਅਸ ਪੋਜੀਸ਼ਨ ਤੁਹਾਡੇ ਵਾਸਤੇ ਵੀ, ਉਹਨਾਂ ਵਾਸਤੇ ਵੀ, ਬਿਕੋਜ਼ ਤੁਹਾਡਾ ਜੇ ਆਨਲਾਈਨ ਐਪਲੀਕੇਸ਼ਨ ਪਾਉਂਦੇ ਹੋ ਤੇ ਤੁਸੀਂ 4.5 ਤੋਂ 5 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈਗਾ। ਜੇ ਆਨਲਾਈਨ ਲੈ ਕੇ ਆ ਜਾਂਦੇ ਹੋ ਬਾਰਡਰ ਤੇ ਜਾ ਕੇ ਤੇ ਰਾਈਟ ਅਵੇ ਉਸੇ ਦਿਨ ਇਸ਼ੂ ਹੋ ਜਾਂਦਾ। ਬਟ ਤੁਹਾਡੇ ਕੋਲ ਫੀਲਡ ਆਫ ਐਕਸਪੀਰੀਅੰਸ ਸੇਮ ਹੋਣਾ ਚਾਹੀਦਾ। ਜਿਹੜਾ ਤੁਸੀਂ ਵਿਜ਼ਿਟ ਵੀਜ਼ਾ ਦੇ ਵਿੱਚ ਜਦੋਂ ਐਪਲੀਕੇਸ਼ਨ ਪੁੱਟ ਅਪ ਕੀਤੀ ਸੀ ਉਹ ਸਿਮਿਲਰ ਹੋਣੇ ਚਾਹੀਦੇ, ਨਹੀਂ ਤਾਂ ਯੂ ਮਾਈਟ ਬੀ ਸਬਜੈਕਟਡ ਟੂ ਮੋਰ ਕੁਐਸਚਨਿੰਗ। ਸੋ ਜੇ ਤੁਸੀਂ ਕੁਐਸਚਨ ਦੇਣ ਵਿੱਚ ਕੋਈ ਪ੍ਰੋਬਲਮ ਹੈਗੀ ਨਹੀਂ ਹੈਗੀ ਤੇ ਗੋ ਟੂ ਦਾ ਬਾਰਡਰ, ਇਟ ਵਿਲ ਸੇਵ ਲੋਟ ਆਫ ਟਾਈਮ। ਐਂਡ 5 ਮਹੀਨੇ ਇਸ ਤਰ੍ਹਾਂ ਤੇ 7 ਮਹੀਨੇ ਹੋਰ ਕੰਮ ਕਰਨ ਤੋਂ ਬਾਅਦ ਤੁਹਾਡੀ PR ਦੀ ਐਪਲੀਕੇਸ਼ਨ ਲਗਾਉਣ ਦੀ ਕਪੈਸਿਟੀ ਦੇ ਵਿੱਚ ਆ ਜਾਓਗੇ। ਉਦੋਂ ਤੁਹਾਡੀ ਈਵਨ NOC ਦੇ ਵਿੱਚ ਵੀ ਹੈਗੀ, ਉਹ D ਦੇ ਵਿੱਚ ਵੀ ਹੈਗੀ, ਤਾਂ ਵੀ ਉਹਦੀ ਫੈਮਿਲੀ ਤੁਹਾਡੀ ਜੁਆਇਨ ਕਰ ਸਕੇਗੀ ਜਦੋਂ PNP ਸਰਟੀਫਿਕੇਟ ਇਸ਼ੂ ਹੋ ਗਿਆ। ਸੋ ਇਸ ਟਾਈਮ ਤੇ ਇਟ ਇਜ਼ ਪ੍ਰੋਬਬਲੀ ਦਾ ਬੈਸਟ ਟਾਈਮ ਫॉर ਐਨੀਬਡੀ ਇਨ ਕੈਨੇਡਾ ਜਿਹੜੇ ਕੋਈ ਵੀ ਜੌਬ ਕਰਨ ਵਾਸਤੇ ਤਿਆਰ ਹੈਗੇ ਨੇ। ਆ ਸਟਰਗਲ ਹੈਗੀ ਹੈ ਕੈਨੇਡਾ ਆਉਣ ਵਾਸਤੇ, ਤੁਸੀਂ ਲੱਖਾਂ ਰੁਪਏ ਖਰਚਣ ਵਾਸਤੇ ਤਿਆਰ ਹੋ ਬਟ ਇੱਥੇ ਔਡ ਜੌਬ ਕਰਨ ਵਾਸਤੇ ਤਿਆਰ ਨਹੀਂ ਹੈਗੇ। ਔਡ ਜੌਬ ਬਲੂ ਕਾਲਰ ਜੌਬ ਮਤਲਬ ਜਿਹੜੀ ਮਿਹਨਤ ਕਸ਼ ਲੋਕੀ ਕਰਦੇ ਨੇ। ਐ ਨਹੀਂ ਕਿ ਮਿਹਨਤ ਕਸ਼ ਦੇ ਵਿੱਚ ਤੁਸੀਂ 8 ਦੇ 8 ਘੰਟੇ ਸ਼ਿਫਟ ਹੀ ਤੁਸੀਂ ਪਸੀਨੇ ਨਾਲ ਤਰ ਹੁੰਦੇ ਰਹਿੰਦੇ ਹੋ, ਬਟ ਉਹ ਜੌਬਸ NOC ਦੇ NOC D ਦੇ ਵਿੱਚ ਆਉਂਦੀਆਂ ਹੈਗੀਆਂ। ਐਂਡ ਫੂਡ ਸੈਕਟਰ ਦੇ ਵਿੱਚ ਆ ਸਾਰੀਆਂ ਜੌਬਸ ਤੁਹਾਨੂੰ PR ਪਾਸ ਤੇ ਕੁਆਲੀਫਾਈ ਕਰਾ ਰਹੀਆਂ। ਤੁਸੀਂ ਮੈਂ ਆਈ ਰੀਅਲੀ ਪਿਟੀ ਦੋਸ ਪੀਪਲ ਜਿਹੜੇ ਉੱਥੇ ਇੰਡੀਆ ਦੇ ਵਿੱਚ 45 ਲੱਖ ਰੁਪਏ ਵਿਜ਼ਟਰ ਰੈਕਡ ਵਿੱਚ ਦੇ ਜਾਂਦੇ ਨੇ। ਇੱਥੇ ਆ ਕੇ ਤੁਹਾਨੂੰ EMPLOYER ਆਵਾਜ਼ਾਂ ਮਾਰ ਰਿਹਾ ਕਿ ਆ ਕੇ ਜੌਬ ਕਰੋ, ਤੇ ਵਾਈ ਡੋਂਟ ਯੂ ਡੂ ਦੈਟ? ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕੀਤੀ ਆ ਜੌਬ ਦੇ ਨਾਲ ਨਾਲ, ਜੇ ਮੈਂ ਬਿਜ਼ਨਸ ਓਪਰਚੁਨਿਟੀਜ਼ ਦੀ ਗੱਲ ਕਰਾਂ ਤਾਂ ਇਸ ਵਕਤ ਕੈਨੇਡਾ ਕੀ ਓਪਨ ਆ ਬਿਜ਼ਨਸ ਓਪਰਚੁਨਿਟੀਜ਼ ਨੂੰ ਲੈ ਕੇ? ਬਿਲਕੁਲ ਤਰਨ ਜੀ, ਇਸ ਟਾਈਮ ਤੇ ਕੈਨੇਡੀਅਨ ਇਕਨੋਮੀ ਇਜ਼ ਔਨ ਦਾ ਅਪ ਮੋਡ। ਐਂਡ ਇਸ ਟਾਈਮ ਤੇ ਬਹੁਤ ਸਾਰੀਆਂ ਓਪਰਚੁਨਿਟੀਜ਼ ਬਿਜ਼ਨਸਮੈਨ ਵਾਸਤੇ ਐਗਜ਼ਿਸਟ ਕਰਦੀਆਂ ਪਈਆਂ। ਐਂਡ ਬਿਜ਼ਨਸਮੈਨ ਵਾਸਤੇ ਈਵਨ ਪ੍ਰੋਗਰਾਮਸ ਵੀ ਐਗਜ਼ਿਸਟ ਕਰਦੇ ਪਏ ਨੇ ਤਾਂ ਕਿ ਬਿਜ਼ਨਸਮੈਨ ਆ ਕੇ PR ਵਾਸਤੇ ਕੁਆਲੀਫਾਈ ਹੋ ਸਕਣ, ਆ ਕੇ ਇੱਥੇ ਇਨਵੈਸਟ ਕਰਨ, ਆਪਣੀ ਵਰਕ ਪਰਮਿਟ ਲੈਣ, ਐਂਡ 1 ਸਾਲ ਕੰਮ ਕਰਨ ਤੋਂ ਬਾਅਦ PR ਕੁਆਲੀਫਾਈ ਕਰ ਜਾਣ। ਬਿਕੋਜ਼ ਮੋਸਟਲੀ ਜਿੰਨੇ ਪ੍ਰੋਗਰਾਮਸ ਹੈਗੇ ਨੇ, ਅਸੀਂ PNP ਐਂਟਰਪ੍ਰੀਨਿਓਰ ਦੀ ਗੱਲ ਕਰ ਲਈਏ, ਅਸੀਂ ਓਨਰ ਓਪਰੇਟਰ ਕੈਟੇਗਰੀ ਦੀ ਗੱਲ ਕਰ ਲਈਏ, ਅਸੀਂ ਇੰਟਰਾ ਕੰਪਨੀ ਟ੍ਰਾਂਸਫਰ ਦੀ ਗੱਲ ਕਰ ਲਈਏ, ਤਿੰਨਾਂ ਦੇ ਵਿੱਚ ਤੁਸੀਂ ਇੱਥੇ ਆ ਕੇ ਆਪਣਾ ਬਿਜ਼ਨਸ ਐਕਸਪੈਂਸ਼ਨ ਜਾਂ ਆਪਣਾ ਬਿਜ਼ਨਸ ਸੈਟਅਪ ਕਰਨਾ ਜਾਂ ਐਗਜ਼ਿਸਟਿੰਗ ਬਿਜ਼ਨਸ ਬਾਏ ਕਰਨਾ, 1 ਸਾਲ ਤੋਂ ਬਾਅਦ ਤੁਹਾਡੀ PR ਦੀ ਐਪਲੀਕੇਸ਼ਨ ਲੱਗ ਸਕਦੀ ਹੈ। ਐਂਡ ਇੱਕ ਚੀਜ਼ ਹੋਰ ਹੈਗੀ ਹੈ ਤਰਨ, ਮੈਂ ਬਾਰ-ਬਾਰ ਕਹਿਣਾ ਕਿ ਤੁਹਾਨੂੰ BC ਦਾ ਤੇ ਓਨਟਾਰੀਓ ਦਾ, GTA ਦਾ ਤੇ ਸਰੀ ਦਾ ਮੋਹ ਛੱਡਣਾ ਪੈਣਾ ਹੈ। ਜੇ ਤੁਸੀਂ ਮੋਹ ਛੱਡਣ ਵਾਸਤੇ ਤਿਆਰ ਹੈਗੇ ਹੋ ਤੇ ਤੁਹਾਡੇ ਵਾਸਤੇ ਨੋਬਡੀ ਕੈਨ ਸਟਾਪ ਯੂ ਫਰੋਮ ਗੈਟਿੰਗ ਪਰਮਨੈਂਟ ਰੈਜ਼ੀਡੈਂਸੀ ਇਨ ਕੈਨੇਡਾ। ਤੁਹਾਡੀ ਏਜ ਜ਼ਿਆਦਾ ਹੈਗੀ ਹੈ, ਆਈਲੈਟਸ ਘੱਟ ਹੈਗੀ ਹੈ, ਐਜੂਕੇਸ਼ਨ ਘੱਟ ਹੈ, ਦੈਨ ਨੋ ਪ੍ਰੋਬਲਮਸ, ਆਪਸ਼ਨ ਐਗਜ਼ਿਸਟ ਕਰਦੀਆਂ, ਬਟ ਪ੍ਰੋਵਾਈਡਡ ਕਿ ਤੁਸੀਂ ਆਪਣੇ ਬ੍ਰੇਨ ਕਹਿੰਦੇ ਦਿਮਾਗ ਦੀਆਂ ਖਿੜਕੀਆਂ ਖੋਲ ਕੇ ਆਓ ਤੇ ਓਪਰਚੁਨਿਟੀ ਲੱਭੋ। ਐਂਡ ਉੱਥੇ ਬਿਜ਼ਨਸ ਓਪਰਚੁਨਿਟੀਜ਼ ਵੀ ਜ਼ਿਆਦਾ ਹੈਗੀਆਂ ਬਾਕੀ ਪ੍ਰੋਵਿੰਸਿਸ ਦੇ ਵਿੱਚ। ਸੈਸਕੈਚੁਅਨ ਦੇ ਵਿੱਚ ਚੱਲ ਜੋ ਬਿਜ਼ਨਸ ਤੁਹਾਨੂੰ GTA ਦੇ ਵਿੱਚ 5 ਲੱਖ ਦਾ ਮਿਲੇਗਾ ਉੱਥੇ 2 ਲੱਖ ਦਾ ਮਿਲ ਜਾਏਗਾ ਤੁਹਾਨੂੰ। ਸੋ ਉਹ ਕਿਉਂ ਨਹੀਂ ਗ੍ਰੈਬ ਕਰਦੇ? ਬਿਲਕੁਲ ਸਰ। ਤੇ ਹੁਣ ਆਪਣਾ ਸਮਾਂ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ। ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੁਝ ਕਹਿਣਾ ਚਾਹੋਗੇ ਤੁਸੀਂ? ਤਾਂ ਵੈਸੇ ਤੁਹਾਡੇ ਕੋਲ ਓਪਰਚੁਨਿਟੀਜ਼ ਵੀ ਹੁੰਦੀਆਂ ਨੇ, ਕੁਝ ਜੌਬ ਓਪਰਚੁਨਿਟੀਜ਼ ਜੇ ਤੁਹਾਡੇ ਕੋਲ ਇਸ ਵਕਤ ਵੀ ਕੁਝ ਹੈਗੀਆਂ ਨੇ ਜਿਹੜੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ, ਜੇ ਕੋਈ ਫਾਇਦਾ ਲੈਣਾ ਚਾਹੁੰਦਾ? ਸਾਡੇ ਕੋਲ 2 ਓਪਨਿੰਗਸ ਇਸ ਟਾਈਮ ਹੈਗੀਆਂ ਜੀ। ਜਿਹੜੇ ਵਿਜ਼ਟਰ ਤੇ ਜੇ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ ਤੇ ਕੰਟੈਕਟ ਅਸ, ਐਂਡ ਨੈਕਸਟ ਵੀਕ ਹੀ ਤੁਸੀਂ ਵਰਕ ਪਰਮਿਟ ਤੇ ਉੱਥੇ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ, ਬਿਕੋਜ਼ ਇਹ ਪ੍ਰੀ ਅਪਰੂਵਡ LMIAs ਹੈਗੇ ਨੇ। ਐਂਡ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ICC ਨੂੰ ਕੰਟੈਕਟ ਕਰ ਸਕਦੇ ਹੋ। ਜੇ ਵਿਜ਼ਿਟ ਵੀਜ਼ਾ ਤੇ ਆਏ ਹੋ, ਜੇ ਕੋਈ ਓਪਰਚੁਨਿਟੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਬਿਜ਼ਨਸ ਦੀ, ਤੇ ICC ਨਾਲ ਜ਼ਰੂਰ ਕੰਟੈਕਟ ਕਰੋ। ਜੇ ICC ਨਾਲ ਨਹੀਂ ਤੇ ਕਿਸੇ ਵੀ ਕੰਸਲਟੈਂਟ ਜਿਹੜੇ ਲਾਅ ਸੁਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈਗੇ ਨੇ, ਜਾਂ ਫਿਰ ਜਿਹੜੇ ICCRC ਜਾਂ ਕੈਨੇਡੀਅਨ ਸੁਸਾਇਟੀ ਆਫ ਐਜੂਕੇਸ਼ਨ ਕੰਸਲਟੈਂਸੀ ਦੇ ਮੈਂਬਰਸ ਹੈਗੇ ਨੇ, ਉਹਨਾਂ ਨਾਲ ਕੰਟੈਕਟ ਕਰੋ। ਦੇ ਵਿਲ ਬੀ ਦਾ ਬੈਸਟ ਵਨਸ ਟੂ ਅਸਿਸਟ ਯੂ ਐਂਡ ਗਾਈਡ ਯੂ। ਐਂਡ ਉਹ ਤੁਹਾਨੂੰ ਸੁਜੈਸਟ ਕਰਨਗੇ ਕਿ ਕਿਸ ਤਰ੍ਹਾਂ ਤੁਹਾਡੇ ਵਾਸਤੇ ਕਿਹੜੀ ਓਪਰਚੁਨਿਟੀ ਐਗਜ਼ਿਸਟ ਕਰਦੀ ਪਈ ਹੈ। ਜੇ ਤੁਸੀਂ ਯੂਰਪ ਦੇ ਵਿੱਚ ਬੈਠੇ ਹੋ, ਵਿਜ਼ਿਟ ਵੀਜ਼ਾ ਕੈਨੇਡਾ ਦਾ ਹੈਗਾ ਜਾਂ ਇੰਡੀਆ ਦੇ ਵਿੱਚ ਹੈਗੇ ਹੋ, ਤੇ ਇਸ ਟਾਈਮ ਤੇ ਪ੍ਰੋਬਬਲੀ ਇਜ਼ ਦਾ ਬੈਸਟ ਟਾਈਮ ਫॉर ਯੂ ਟੂ ਗੈਟ ਅ ਵਰਕ ਪਰਮਿਟ ਇਨਸਾਈਡ ਕੈਨੇਡਾ। ਸੋ ਕੋਈ ਵੀ ਇਮੀਗ੍ਰੇਸ਼ਨ ਦੀ ਐਡਵਾਈਸ ਲੈਣਾ ਚਾਹੁੰਦੇ ਹੋ, ਕੋਈ ਰਿਫਿਊਜ਼ਡ ਕੇਸ ਆਇਆ, ਤੁਹਾਡਾ ਬੱਚਾ ਸਟੇਟਸ ਤੋਂ ਆਊਟ ਹੋਇਆ ਤੇ ਇੱਕ ਵਾਰੀ ICC ਨਾਲ ਜ਼ਰੂਰ ਕੰਟੈਕਟ ਕਰੋ। ਸਾਨੂੰ 15 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆਂ, ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ ਦੱਸਦੇ ਹਾਂ, ਜਿਹੜੀ ਚੀਜ਼ ਨਹੀਂ ਹੁੰਦੀ ਉਹ ਵੀ ਤੁਹਾਨੂੰ ਕਹਿੰਦੇ ਆ ਕਿ ਟਾਈਮ ਤੇ ਪੈਸਾ ਖਰਾਬ ਨਾ ਕਰੋ। ਸੋ ਸਾਡਾ ਈਮੇਲ ID ਹੈਗਾ ਜੀ info@iccimmigration.ca। WhatsApp ਨੰਬਰ ਹੈਗਾ 6478509000 ਐਂਡ ਫੋਨ ਨੰਬਰ ਹੈਗਾ ਜੀ 905
4612424। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਦੇਣ ਦੇ ਲਈ। ਥੈਂਕ ਯੂ ਤਰਨਜੀਤ। ਸੋ ਦੋਸਤੋ ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਆਪਣੀ ਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਸੈਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ICC ਨੂੰ ਕੰਟੈਕਟ ਕਰ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।